ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫੁਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ। ਪਾਤਸ਼ਾਹ ਕਹਿੰਦੇ, ਜੋਰ ਨ ਸੁਰਤੀ ਗਿਆਨ ਵਿਚਾਰ। ਸੱਚ ਦੇ ਗਿਆਨ ਦੀ ਜੋ ਵਿਚਾਰ ਹੈ, ਉਸ ਨਾਲ ਸੁਰਤੀ ਤੇ ਵੀ ਜ਼ੋਰ ਨਹੀਂ ਹੈ। ਜ਼ੋਰ ਨਾਲ ਨਹੀਂ ਹੋ ਸਕਦੀ ਸੱਚ ਦੀ ਵਿਚਾਰ। ਜੋ ਵੀ ਸਾਡੇ ਕੋਲ ਬੁੱਧ ਬਲ ਹੈ, ਜੋ ਵੀ ਸਾਨੂੰ ਮਿਲਿਆ, ਉਸ ਨਾਲ ਵੀ ਇਹ ਜਿਹੜੀ ਵਿਚਾਰ ਹੈ, ਇਹ ਨਹੀਂ ਹੋ ਸਕਦੀ। ਭਾਵ ਕਿ ਆਪਣੇ ਬਲ ਦੇ ਨਾਲ ਹੁਕਮ ਦੀ ਵਿਆਖਿਆ ਕਰਨੀ ਬੜੀ ਔਖੀ ਹੈ। ਸੋ ਸੰਸਾਰੀ ਤੌਰ ਤੇ ਇਸ ਤਰ੍ਹਾਂ ਹੀ ਹੋ ਰਿਹਾ ਹੈ। ਹਰ ਕੋਈ ਆਪੋ ਆਪਣੀ ਬੁੱਧ ਦੇ ਨਾਲ ਪਰਮਾਰਥ ਦੀ ਵਿਚਾਰ ਕਰਦਾ ਹੈ, ਤੇ ਫਿਰ ਉਹ ਵਿਚਾਰ ਹੈ ਜਿਹੜੀ ਉਹ ਸ੍ਰੇਸ਼ਟ ਨਹੀਂ ਹੁੰਦੀ। ਹਾਂ, ਇਹ ਹੈ ਜਿੰਨੀ ਕੁ ਬੁੱਧ ਹੈ ਉਸ ਨਾਲ ਗੁਰਬਾਣੀ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ, ਪਰ ਥੋੜ੍ਹੀ ਬਹੁਤੀ ਸਮਝ ਜਿੰਨੀ ਵੀ ਆ ਰਹੀ ਹੈ ਗੁਰਬਾਣੀ ਤੋਂ, ਉਸ ਦੇ ਨਾਲ ਨਾਲ ਹੋਰ ਵੀ ਮਤ ਮੰਗਦੇ ਰਹਿਣੇ ਚਾਹੀਦਾ ਹੈ ਪਰਮੇਸ਼ਰ ਤੋਂ। ਆਪਣੇ ਆਪ ਨੂੰ ਇਸ ਤਰੀਕੇ ਨਾਲ ਮਹਿਸੂਸ ਕਰਨਾ ਚਾਹੀਦਾ ਹੈ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਹਾਰ ਪ੍ਰਯੋ ਸੁਆਮੀ ਕੈ ਦੁਆਰਾ, ਦੀਜੈ ਬੁੱਧ ਵਿਵੇਕਾ। ਜਦੋਂ ਹੇ ਮੇਰੇ ਮਨਾ ਤੇਰੀ ਮਨੋ ਦਿਸ਼ਾ ਇਹ ਹੋਵੇਗੀ, ਤਾਂ ਬਖਸ਼ਿਸ਼ ਵੀ ਨਾਲ ਦੀ ਨਾਲ ਹੋਵੇਗੀ। ਤੇ ਜੇ ਤੂੰ ਆਪਣੀ ਬੁੱਧ ਬਲ ਦੇ ਨਾਲ ਵਿਚਾਰ ਕਰਦਾ ਰਿਹਾ, ਫਿਰ ਤੂੰ ਭਟਕ ਸਕਦਾ ਹੈ। ਸਾਡੀ ਬੁੱਧੀ ਦੇ ਵਿੱਚ ਐਡੀ ਤਾਕਤ ਨਹੀਂ ਕਿ ਜੋ ਸਾਡੀ ਸੁਰਤ ਹੈ, ਮਨ ਹੈ, ਉਸ ਨੂੰ ਟਿਕਾ ਦੇਵੇ। ਸੋ ਸਿੱਧ ਐਸਾ ਬਹੁਤ ਕੁਛ ਕਰਦੇ ਸੀ, ਉਹ ਸਮਾਧੀਆਂ ਬੜੀਆਂ ਲਾਉਂਦੇ ਰਹੇ, ਪਰ ਨਹੀਂ ਲੱਗੀਆਂ। ਫਿਰ ਸਵਾਲ ਇਹ ਵੀ ਹੈ ਕਿ ਸੁਰਤ ਟਿਕੇਗੀ ਕਿਵੇਂ? ਸੁਰਤ ਟਿਕਦੀ ਹੈ ਗੁਰਬਾਣੀ ਦੇ ਨਾਲ। ਗੁਰਬਾਣੀ ਨੂੰ ਸਮਝ ਕੇ, ਮਨ ਵਿੱਚ ਭਾਉ ਕਰਕੇ। ਜਦੋਂ ਤੱਕ ਮਨ ਹੱਥ ਖੜੇ ਨਹੀਂ ਕਰਦਾ, ਉਨਾ ਚਿਰ ਸੋਝੀ ਨਹੀਂ ਆਉਂਦੀ। ਸੋ ਇਸੇ ਕਰਕੇ ਕਿਰਪਾ ਦੀ ਗੱਲ ਗੁਰਬਾਣੀ ਦੇ ਅੰਦਰ ਬਾਰ-ਬਾਰ ਆ ਰਹੀ ਹੈ। ਜਿਵੇਂ ਜਿਵੇਂ ਹੇ ਮੇਰੇ ਮਨਾ ਤੂੰ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦਾ ਜਾਵੇਂਗਾ, ਤਿਵੇਂ ਤਿਵੇਂ ਜਿਹੜਾ ਮਨ ਹੈ, ਉਹ ਮਾਇਆ ਦੀਆਂ ਜੋ ਇਛਾਵਾਂ ਨੇ ਉਹਨਾਂ ਤੋਂ ਮੁਕਤ ਹੁੰਦਾ ਚਲੇ ਜਾਂਦਾ ਹੈ। ਆਪਣੀ ਸੋਚ ਛੱਡਦਾ ਚਲੇ ਜਾਂਦਾ ਹੈ, ਗੁਰ ਕੀ ਮਤ ਆਈ ਜਾਂਦੀ ਹੈ। ਸੋ ਇਸੇ ਨੂੰ ਗੁਰ ਕਿਰਪਾ ਆਖਦੇ ਹਨ। ਨਿਮਰਤਾ ਨੂੰ ਧਾਰ ਕੇ ਰੱਖਣਾ, ਤੇ ਕਿਰਪਾ ਹੁੰਦੀ ਰਹਿੰਦੀ ਹੈ। ਬੁੱਧ ਵੱਲ ਹੈ ਜਿਹੜਾ ਉਹ ਵਧੀ ਜਾਂਦਾ, ਹੌਲੀ ਹੌਲੀ ਗਿਆਨ ਹੋਈ ਜਾਂਦਾ। ਤੋ ਕੁਝ ਕਲਾ ਸਾਡੀ ਵੀ ਹੁੰਦੀ ਹੈ ਤੇ ਕੁਝ ਕਲਾ ਹੁਕਮ ਦੀ ਵਰਤਦੀ ਹੈ। ਹੁਕਮ ਫਿਰ ਸਾਨੂੰ ਆਪਣੇ ਵਿੱਚ ਹੀ ਸਮਾ ਲੈਂਦਾ ਹੈ। ਇਸੇ ਕਰਕੇ ਪਾਤਸ਼ਾਹ ਨੇ ਆਖਿਆ ਕਿ ਜੋਰ ਨਾ ਸੁਰਤੀ ਗਿਆਨ ਵਿਚਾਰ, ਕਿ ਜਿਹੜਾ ਆਤਮਿਕ ਸੁਗਿਆਨ ਹੈ, ਉਹ ਕੋਈ ਜ਼ੋਰ ਨਾਲ ਨਹੀਂ ਪ੍ਰਾਪਤ ਕਰ ਸਕਦਾ। ਸੰਸਾਰੀ ਗਿਆਨ ਤਾਂ ਪ੍ਰਾਪਤ ਕਰ ਸਕਦਾ ਕੋਈ ਜ਼ੋਰ ਦੇ ਨਾਲ, ਪਰ ਜਿਹੜਾ ਨਿਰਾਕਾਰੀ ਗਿਆਨ ਹੈ, ਆਤਮਿਕ ਸੁਗਿਆਨ ਹੈ, ਉਹ ਨਹੀਂ ਪ੍ਰਾਪਤ ਹੁੰਦਾ। ਉਹ ਉਹਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ। ਹਾਂ, ਜੀਵ ਨੂੰ ਉਹਨੂੰ ਪ੍ਰਾਪਤ ਕਰਨ ਵਾਸਤੇ ਉਦਮ ਜ਼ਰੂਰ ਕਰਨਾ ਪੈਂਦਾ ਹੈ, ਇੱਛਾ ਜ਼ਰੂਰ ਧਾਰਨ ਕਰਨੀ ਪੈਂਦੀ ਹੈ, ਚਾਅ ਜ਼ਰੂਰ ਅੰਦਰ ਪੈਦਾ ਕਰਨਾ ਪੈਂਦਾ, ਫਿਰ ਉਹਦੀ ਵੀ ਬਖਸ਼ਿਸ਼ ਹੋ ਜਾਂਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਆਖਿਆ, ਕਿਉਂਕਿ ਉਸ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਜੀ ਸਰੀਰ ਕਰਕੇ ਵਿਚਰਦੇ ਸਨ, ਬੜੇ ਲੋਕ ਸਨ ਕਿ ਉਹ ਆਪਣੇ ਜ਼ੋਰ ਦੇ ਨਾਲ ਸੁਰਤੀਆਂ ਲਾਉਂਦੇ ਸੀ, ਕਿਉਂਕਿ ਉਹ ਸੁਰਤੀ ਸਰੀਰ ਨਾਲ ਲਾਉਣੀ ਹੀ ਸ੍ਰੇਸ਼ਟ ਮੰਨਦੇ ਸਨ।
ਉਹ ਸਰੀਰ ਤੇ ਹੀ ਜ਼ੋਰ ਦਿੰਦੇ ਸੀ, ਜਦ ਕਿ ਸੁਰਤੀ ਸਰੀਰ ਨਾਲ ਨਹੀਂ ਲੱਗਦੀ, ਸੁਰਤੀ ਸ਼ਬਦ ਨਾਲ ਲੱਗਦੀ ਹੈ। ਸ਼ਬਦ ਸੁਰਤ ਭਵ ਸਾਗਰ ਤਰੀ। ਜਦੋਂ ਸਾਡੇ ਅੰਦਰ ਸ਼ਬਦ ਵਸਦਾ, ਭਾਵ ਕਿ ਆਤਮਿਕ ਸੁਗਿਆਨ ਆਉਂਦਾ, ਜਿਵੇਂ ਜਿਵੇਂ ਅਸੀਂ ਆਤਮਿਕ ਸੁਗਿਆਨ ਆਪਣੇ ਹਿਰਦੇ 'ਚ ਧਾਰੀ ਜਾਂਦੇ, ਤਿਵੇਂ ਤਿਵੇਂ ਸਾਡਾ ਜਿਹੜਾ ਮਨ ਹੈ ਉਹ ਹੌਲਾ ਹੁੰਦਾ ਚਲੇ ਜਾਂਦਾ। ਇੰਨਾ ਹੌਲਾ ਹੋ ਜਾਂਦਾ ਉਹ ਭਵ ਸਾਗਰ 'ਚ ਤਰਨ ਲੱਗ ਜਾਂਦਾ। ਤਾਂ ਉਸ ਤੋਂ ਅੱਗੇ ਦੂਸਰੀ ਕੈਟਾਗਰੀ ਸੀ ਜਿਹੜੇ ਜ਼ੋਰ ਦੇ ਨਾਲ ਕੁਝ ਹੋਰ ਕਰਦੇ ਸੀ। ਉਹਨਾਂ ਲਈ ਵੀ ਪਾਤਸ਼ਾਹ ਆਖਦੇ ਆ, ਜ਼ੋਰ ਨਾ ਜੁਗਤੀ ਛੁਟੈ ਸੰਸਾਰ। ਉਹ ਬੜੀਆਂ ਜੁਗਤੀਆਂ ਦੀਆਂ ਗੱਲਾਂ ਕਰਦੇ ਸਨ। ਸੋ ਜ਼ੋਰ ਨਾਲ ਪਾਤਸ਼ਾਹ ਕਹਿੰਦੇ ਕੋਈ ਛੁਟਕਾਰਾ ਨਹੀਂ। ਕੌਣ ਕਰਦੇ ਹਨ ਜ਼ੋਰ ਦੀਆਂ ਗੱਲਾਂ? ਜੋ ਰਾਜ ਵਾਲੇ ਹੈ, ਮਾਇਆ ਧਾਰੀ, ਹੰਕਾਰੀ ਸੋਚ, ਜੋਗੀ ਜੁਗਤੀ ਦੀਆਂ ਗੱਲਾਂ ਕਰਦੇ ਹਨ ਕਿ ਆਹ ਮੰਤਰ ਦਾ ਜਾਪ ਕਰੋ ਇੰਝ ਹੋ ਜਾਂਦਾ ਹੈ। ਹੁੰਦਾ ਹੈ ਮੰਤਰਾਂ ਦੇ ਜਾਪ ਨਾਲ, ਪਰ ਸਰੀਰ 'ਚ ਫਰਕ ਪੈਂਦਾ ਹੈ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਆਤਮਾ ਨੂੰ ਜਪ ਨਾਲ ਫਰਕ ਪੈਂਦਾ ਹੈ, ਤੇ ਨਾਲ ਦੀ ਨਾਲ ਜਿੰਨਾ ਜਪਿਆ ਉਹਦੀ ਸੋਝੀ ਵੀ ਆਉਂਦੀ ਹੈ। ਪਰ ਜਪ ਗੁਰਬਾਣੀ ਵਾਲਾ ਹੋਵੇ ਤਾਂ, ਨਹੀਂ ਤਾਂ ਫਿਰ ਜੋਗੀਆਂ ਵਾਲਾ ਜਪ ਹੈ। ਕਿਉਂਕਿ ਜੋਗੀਆਂ ਦਾ ਜਿਹੜੀਆਂ ਹੋਰ ਮੱਤਾਂ ਸੀ ਉਹਨਾਂ ਦੇ ਆਪੋ ਆਪਣੇ ਜਪ ਹੈ, ਪਰਮੇਸ਼ਰ ਦੀ ਵੀ ਇੱਕ ਆਪਣੀ ਮੱਤ ਹੈ, ਉਹਦਾ ਆਪਣਾ ਜਪ ਹੈ, ਉਹ ਨਿਰਾਕਾਰੀ ਜਪ ਹੈ। ਜੋਗੀ ਕੀ ਕਰਦੇ ਸਨ ਕਿ ਸਾਹ ਨੂੰ ਖਿੱਚ ਲੈਂਦੇ ਤੇ ਰੋਕੀ ਰੱਖਣਾ, ਫਿਰ ਕਿਸੇ ਮੰਤਰ ਦਾ ਜਾਪ ਕਰਦੇ ਰਹਿਣਾ, ਜਿਵੇਂ ਅੱਜ ਸਿੱਖ ਮੱਤ ਵਿੱਚ ਵੀ ਹੁੰਦਾ ਹੈ। ਅਸਲ ਵਿੱਚ ਉਹ ਨਾਂ ਦੀ ਸਿੱਖ ਮੱਤ ਹੈ, ਵਾਸਤਵ ਦੇ ਵਿੱਚ ਉਹਦੇ ਉੱਤੇ ਰੰਗ ਜੋਗ ਮੱਤ ਦਾ ਹੀ ਚੜਿਆ ਹੋਇਆ। ਗੁਰਬਾਣੀ ਨੇ ਦੋਨੋਂ ਹੀ ਰੱਦ ਕੀਤੇ ਕਿ ਸਵਾਸ ਖਿੱਚ ਕੇ ਅੰਦਰ ਕੋਈ ਸ਼ਬਦ ਲੈ ਕੇ ਜਾਣਾ, ਸਵਾਸ ਛੱਡਣ ਵੇਲੇ ਕੋਈ ਸ਼ਬਦ ਛੱਡਣਾ, ਉਹ ਸਿਰਫ ਸਾਡੇ ਮਿਹਦੇ ਤੱਕ ਸੰਬੰਧਿਤ, ਪੇਟ ਤੱਕ ਹੈ। ਪੇਟ 'ਚ ਸ਼ਬਦ ਜਾਊਗਾ, ਪੇਟ 'ਚ ਛੱਡਿਆ ਜਾਊਗਾ। ਪਰ ਗੁਰਬਾਣੀ ਕਹਿੰਦੀ ਹੈ ਸਾਸ ਸਾਸ ਸਿਮਰੋ ਗੋਬਿੰਦ। ਉਹ ਸਾਡੀ ਬੁੱਧੀ ਨੂੰ ਉਪਦੇਸ਼ ਦਿੰਦੀ ਹੈ ਕਿ ਜਿਹੜਾ ਹਿਰਦੇ 'ਚ ਬੈਠਾ ਸਾਹ ਲੈ ਰਿਹਾ ਉਹਦਾ ਚੇਤਾ ਕਰ, ਉਹਦਾ ਧਿਆਨ ਕਰਵਾਉਣ ਦੀ ਗੱਲ ਕਰਦੀ ਹੈ ਗੁਰਬਾਣੀ ਕਿ ਜਿੰਨਾ ਚਿਰ ਤੇਰੇ ਕੋਲ ਸਵਾਸ ਹੈ, ਸਾਹ ਲੈਂਦਾ ਹਾਂ, ਉਨਾ ਚਿਰ ਆਪਣੇ ਮੂਲ ਨਾਲ ਜੁੜਿਆ ਰਹਿ, ਉਹ ਤੋਂ ਪਰੇ ਨਾ ਜਾ। ਜੇ ਛੁਟਕਾਰਾ ਚਾਹੁੰਦਾ ਹੈ, ਤੇ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਇਹ ਤਾਂ ਕੁਛ ਟਾਈਮ ਲਈ ਕਰਦੇ ਆ, ਘੰਟਾ 2 ਘੰਟੇ 3 4 5 7 ਘੰਟੇ ਕਰਕੇ ਉਸ ਤੋਂ ਬਾਅਦ ਫੇਰ ਉਹੀ ਸੰਸਾਰੀ ਕਿਰਿਆਵਾਂ। ਜਿਹੜਾ ਗੁਰਮੁਖ ਹੈ ਉਹ 24 ਘੰਟੇ ਜਿੰਨਾ ਚਿਰ ਉਹਦੇ ਕੋਲ ਸਰੀਰ ਕਰਕੇ ਟਾਈਮ ਹੈ ਉਹ ਜੁੜੇ ਹੀ ਰਹਿੰਦਾ। ਉਹ ਸੰਸਾਰੀ ਕੰਮ ਸਰੀਰ ਨਾਲ ਕਰਦਾ ਰਹਿੰਦਾ, ਸੁਰਤ ਉਹਦੀ ਹੁਕਮ 'ਚ ਰਹਿੰਦੀ ਹੈ। ਹਾਥ ਪਾਉ ਸੇ ਕਾਮ ਸਭ ਜੀਤ ਨਿਰੰਜਨ ਨਾਲ। ਉਹਨਾਂ ਨੇ ਸਰੀਰ ਕਰਕੇ ਕੰਮ ਕੀਤਾ, ਕਿਉਂਕਿ ਸਰੀਰ ਨੂੰ ਰੋਟੀ ਪਾਣੀ ਕੰਮ ਕਰਕੇ ਮਿਲਦਾ। ਆਤਮਾ ਜਿਹੜੀ ਸਾਡੀ ਸੋਚ ਹੈ ਉਹਨੂੰ ਸੁਗਿਆਨ ਦੇ ਦੁਆਰਾ ਹੀ ਤਾਕਤ ਮਿਲਦੀ ਹੈ। ਉਹਦੇ ਲਈ ਗਿਆਨ ਹੋਣਾ ਜ਼ਰੂਰੀ ਹੈ। ਬ੍ਰਹਮ ਗਿਆਨੀ ਕੈ ਭੋਜਨ ਗਿਆਨ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਉਹਦੇ ਲਈ ਸੱਚ ਹੈ ਜਿਹੜਾ ਭੋਜਨ, ਉਹੀ ਪ੍ਰਾਪਤ ਕਰਨਾ ਜ਼ਰੂਰੀ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਕਿਸੇ ਚੀਜ਼ ਦੀ ਕੋਈ ਪਰਮਾਰਥ ਵਾਲੇ ਪਾਸੇ ਨੂੰ ਛੋਟ ਨਹੀਂ ਦਿੱਤੀ। ਜੇ ਸੰਸਾਰ ਨੂੰ ਛੱਡਣਾ, ਜੇ ਸੰਸਾਰ 'ਚ ਰਹਿਣਾ, ਫਿਰ ਜ਼ੋਰ ਲਾਓ। ਪਾਤਸ਼ਾਹ ਕਹਿੰਦੇ ਆਪੋ ਆਪਣੀਆਂ ਜੁਗਤੀਆਂ ਵਰਤੋ, ਫਿਰ ਛੱਡ ਕੇ ਦਿਖਾਓ, ਫਿਰ ਛੁੱਟਦਾ ਵੀ ਨਹੀਂ ਹੈ। ਸੋ ਸਾਹ ਸਾਹ ਸਿਮਰੋ ਗੋਬਿੰਦ, ਜਦ ਕਿ ਇਸ ਦਾ ਅਰਥ ਹੈ ਕਿ ਜਿਹੜਾ ਸਾਹ ਲੈ ਰਿਹਾ, ਗੋ ਹੁੰਦੀ ਹੈ ਸਾਡੀ ਬੁੱਧੀ ਆਤਮਾ, ਬਿੰਦ ਹੈ ਉਸ ਦਾ ਮੂਲ, ਉਸ ਦਾ ਚੇਤਾ ਕਰ ਜੋ ਤੇਰਾ ਜੀਵਨ ਹੈ। ਇਹ ਮਨ ਨੂੰ ਉਪਦੇਸ਼ ਹੈ। ਹੁਣ ਜੁਗਤੀ ਕੀ ਹੈ? ਆਪਣੀ ਬੁੱਧ ਦੀ ਕਲਾ, ਮਰਜ਼ਾਦਾ ਸਿਆਣਪ ਨਾਲ ਛੁਟਕਾਰਾ ਨਹੀਂ ਹੁੰਦਾ। ਜਿਵੇਂ ਬਾਹਰ ਬੜੀਆਂ ਜੁਗਤੀਆਂ ਨੇ,
ਵੀ ਇਹ ਜੁਗਤੀ ਨਾਲ ਇਸ ਤਰ੍ਹਾਂ ਕਰੋ, ਆਹ ਜੁਗਤੀ ਨਾਲ ਇਸ ਤਰ੍ਹਾਂ ਕਰੋ। ਉਹਦੇ ਨਾਲ ਕਰਦੇ ਜ਼ਰੂਰ ਹੈ, ਇਹ ਕਿ ਨਹੀਂ ਕਰਦੇ, ਪਰ ਉਹਦੇ ਨਾਲ ਸਰੀਰਕ ਕਿਰਿਆਵਾਂ ਜ਼ਰੂਰ ਹੁੰਦੀਆਂ ਨੇ, ਪਰ ਪਰਮਾਰਥ ਨਹੀਂ ਮਿਲਦਾ। ਸਰੀਰਕ ਕਿਰਿਆ ਨਾਲ ਜੀਵਨ ਲੰਘਦਾ ਰਹਿੰਦਾ ਹੈ। ਸੋ ਗੁਰਬਾਣੀ ਤਾਂ ਕਹਿੰਦੀ ਹੈ ਬਹੁਤ ਸਿਆਣਪ ਜਮ ਕਾ ਭਾਉ ਵਿਆਪੈ। ਉਹ ਵੀ ਫਿਰ ਤੁਹਾਡੀ ਆਪਣੀ ਸਿਆਣਪ ਹੈ। ਪਰਮਾਰਥ ਦੇ ਵਿੱਚ ਤੁਹਾਡੀ ਆਪਣੀ ਸਿਆਣਪ ਖਤਮ ਹੁੰਦੀ ਹੈ, ਗੁਰ ਕੀ ਮਤ ਸ਼ੁਰੂ ਹੋ ਜਾਂਦੀ ਹੈ। ਸੰਸਾਰੀ ਜਿਹੜੀਆਂ ਜੁਗਤੀਆਂ ਨੇ ਉਹਦੇ ਵਿੱਚ ਤੁਹਾਡੀ ਆਪਣੀ ਸਿਆਣਪ ਚੱਲਦੀ ਹੈ, ਪਰਮੇਸ਼ਰ ਦੀ ਜਿਹੜੀ ਜੁਗਤ ਆ ਉਹ ਖਤਮ ਹੋ ਜਾਂਦੀ ਹੈ। ਇੰਨਾ ਫਰਕ ਹੈ। ਸੋ ਰੱਬ ਲਈ ਜੁਗਤੀਆਂ ਲਾਉਂਦੇ ਨੇ, ਨਾਮ ਜਪਣ ਦੀਆਂ ਜੁਗਤੀਆਂ ਦੱਸਦੇ ਹਨ। ਨਾਲੇ ਆਖੀ ਜਾਣਗੇ ਕਿ ਬਹੁਤੇ ਚੱਕਰਾਂ ਵਿੱਚ ਨਹੀਂ ਪਈਦਾ, ਬਸ ਤੁਸੀਂ ਨਾਮ ਜਪੋ, ਆਪੇ ਕਿਰਪਾ ਹੋਵੇਗੀ। ਤੇ ਨਾਲੇ ਫਿਰ ਆਖੀ ਜਾਣਗੇ ਭਾਈ ਨਾਮ ਜਪਣ ਦੀ ਜੁਗਤੀ ਵੀ ਹੁੰਦੀ ਹੈ। ਪਤਾ ਹੈ ਕਿ ਹੁਣ ਜੁਗਤੀ ਪੁੱਛਣਗੇ, ਫਿਰ ਮਾਇਆ ਵੀ ਚੜਾਉਣਗੇ। ਤੇ ਜੁਗਤੀ ਕੀ ਦੱਸਦੇ ਹਨ ਕਿ ਭਾਈ ਕੇਸੀ ਇਸ਼ਨਾਨ ਕਰਕੇ, ਸੁੱਚੇ ਮੂੰਹ ਸੁੱਚੇ ਵਸਤਰ ਪਾ ਕੇ, ਪੂਰੀ ਸੁੱਚਮ ਨਾਲ ਜੋਤ ਜਗਾ ਕੇ ਇੱਕ ਆਸਣ ਤੇ ਬੈਠ ਕੇ 40 ਦਿਨ ਬਿਨਾਂ ਨਾਗੇ ਜਾਪ ਕਰਨਾ, ਕਿਤੇ ਜਾਣਾ ਨਹੀਂ, ਕਿਸੇ ਨੂੰ ਦੱਸਣਾ ਨਹੀਂ। ਫਿਰ ਤੂੰ ਇਹ ਜਾਪ ਕਰੀ, ਫਿਰ ਦੇਖੀ ਮਾਇਆ ਕਿਵੇਂ ਆਉਂਦੀ ਹੈ। ਜਿਵੇਂ ਮੀਂਹ ਪੈਂਦਾ ਆਏ ਮਾਇਆ ਵਰਸੂ, ਨਾਲੇ ਰੱਬ ਦੇ ਦਰਸ਼ਨ ਹੋ ਜਾਣਗੇ। ਸੋ ਸੰਸਾਰੀ ਲੋਕੀ ਵਿਚਾਰੇ ਕਰਦੇ ਹਨ, ਪਰ ਡਰਦੇ ਵੀ ਹਨ ਕਿ ਕਿਤੇ ਕੁਝ ਗਲਤ ਵੀ ਨਾ ਹੋ ਜਾਵੇ, ਵਿਘਨ ਨਾ ਪੈ ਜਾਵੇ। ਡਰਦੇ ਡਰਾਉਂਦੇ ਜਾਪ ਸਮਾਪਤ ਕਰ ਦਿੰਦੇ ਹਨ। ਫਿਰ ਜਦੋਂ ਜਾਪ ਦੱਸਣ ਵਾਲਾ ਪੁੱਛਦਾ ਕਿਉਂ ਬਈ, ਬਣੀ ਕੋਈ ਗੱਲ, ਦੇਖਿਆ ਜੁਗਤੀ। ਹੁਣ ਇੱਥੇ ਜਿਹੜਾ ਜਾਪ ਕਰਨ ਵਾਲਾ ਹੈ, ਜੁਗਿਆਸੂ ਹੈ, ਉਹ ਫਸ ਜਾਂਦਾ ਹੈ। ਤੇ ਉਹ ਸੋਚਦਾ ਵੀ ਹੁਣ ਕੀ ਕਰਾਂ, ਵੀ ਜੇ ਤਾਂ ਕਿਹਾ ਕੁਝ ਬਣਿਆ ਨਹੀਂ, ਫਿਰ ਇਹ ਕਹਿਣਗੇ ਤੇਰੀ ਸ਼ਰਧਾ ਨਹੀਂ ਸੀ, ਜਾਂ ਕੋਈ ਵਿਘਨ ਪੈ ਗਿਆ, ਜਾਂ ਫਿਰ ਘਰੇ ਕੋਈ ਕਿਸੇ ਚੀਜ਼ ਦਾ ਪਹਿਰਾ ਹੈ। ਜੇ ਕਿਹਾ ਵੀ ਕਿਰਪਾ ਹੋ ਗਈ ਜੀ ਆਪ ਦੀ, ਤਾਂ ਇਹਨਾਂ ਨੇ ਖੁਸ਼ ਹੋ ਕੇ ਕਹਿਣਾ ਵੀ ਦੇਖਿਆ ਫਿਰ ਜੁਗਤੀ ਦਾ ਕਮਾਲ। ਚੱਲ ਅੱਛਾ, ਫਿਰ ਹੁਣ ਆਪਾਂ ਨੇ ਇੱਕ ਨਵੀਂ ਗੱਡੀ ਲੈਣੀ ਹੈ, ਇਹਦੀ ਸੇਵਾ ਦੇ, ਇਹ ਤੈਨੂੰ ਦਿੱਤੀ। ਸੋ ਜੀਵ ਵਿਚਾਰਾ ਸੋਚੀ ਜਾਂਦਾ ਵੀ ਹੁਣ ਕੀ ਕਰੇ। ਉਹੋ ਹੀ ਗੱਲ ਹੋਈ ਤਾਂ ਆਖ ਦਿੱਤਾ ਜੀ ਕਿਰਪਾ ਹੋ ਗਈ, ਦਰਸ਼ਨ ਹੋ ਗਏ। ਤੇ ਸੰਸਾਰੀ ਬਾਬੇ ਨੇ ਆਖਿਆ ਦੇਖਿਆ ਫਿਰ ਇਹ ਜੁਗਤੀਆਂ ਮਹਾਂਪੁਰਖਾਂ ਕੋਲ ਹੀ ਹੁੰਦੀਆਂ ਨੇ, ਕਰੋ ਸੇਵਾ, ਫਿਰ ਆਪਾਂ ਫਿਰ ਕਦੇ ਮਿਲਾਂਗੇ। ਤੇ ਸੇਵਾ ਮਿਲੀ ਉਹ ਵੀ ਮਾਇਆ ਦੀ। ਬਸ ਇੱਥੇ ਖੜਾ ਸੰਸਾਰੀ ਧਰਮ, ਅੱਜ ਦਾ ਧਰਮ। ਪਰ ਜਿਹੜੇ ਸੱਚੇ ਸੰਤ ਨੇ, ਹਰਕੇ ਸੰਤ ਨੇ, ਉਹ ਆਖਦੇ ਹਨ ਉਹਦੀ ਰਜ਼ਾ ਵਿੱਚ ਰਹਿ, ਦੁੱਖ ਸੁੱਖ ਆਉਂਦੇ ਰਹਿੰਦੇ ਹਨ, ਹੁਕਮ ਮੰਨ। ਇਸੇ 'ਚ ਸੁੱਖ ਗੁਰਬਾਣੀ ਪੜ੍ਹਦਾ ਤੇ ਮੰਨਿਆ ਕਰ। ਸੋ ਗੁਰਬਾਣੀ ਨੂੰ ਪੜ੍ਹਿਆ ਕਰ, ਉਹਨੂੰ ਵਿਚਾਰਿਆ ਕਰ। ਜੇ ਤੂੰ ਗੁਰਬਾਣੀ ਦੀ ਗੱਲ ਮੰਨੇਗਾ, ਫਿਰ ਤੇਰਾ ਛੁਟਕਾਰਾ ਹੋ ਸਕਦਾ ਹੈ। ਸੋ ਬਥੇਰੇ ਹਨ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਜੁਗਤੀਆਂ ਵਾਲੇ ਪਖੰਡੀ ਲੋਕ। ਇਹ ਤਾਂ ਇੱਥੋਂ ਤੱਕ ਦੀਆਂ ਜੁਗਤੀਆਂ ਦੱਸਦੇ ਹਨ ਕਿ ਰੱਬ ਨੂੰ ਵਸ 'ਚ ਕਿਵੇਂ ਕਰਨਾ। ਹੈਰਾਨੀ ਹੈ ਕਿ ਸ਼ਬਦਾਂ ਦੇ ਅਰਥ ਹੀ ਬਦਲ ਦਿੱਤੇ। ਇਹਨਾਂ ਨੇ ਆਪਣੀਆਂ ਲੋੜਾਂ ਲਈ ਆਖੇ ਜੀ ਸੰਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਭਾਗੇ ਟੋਲਾ। ਜੇ ਰੱਬ ਹੀ ਵਸ 'ਚ ਕਰ ਲਿਆ ਤੁਸੀਂ, ਫਿਰ ਜਿਹੜੇ ਲੋਕ ਤੁਹਾਨੂੰ ਗਾਲਾਂ ਕੱਢਦੇ ਹਨ, ਬੁਰਾ ਬੋਲਦੇ ਹਨ, ਉਹਨਾਂ ਨੂੰ ਬਸ ਕਿਉਂ ਨਹੀਂ ਕਰਦੇ? ਜਾਂ ਬਸ 'ਚ ਕੀਤੇ ਹੋਏ ਰੱਬ ਤੋਂ ਕਿਉਂ ਨਹੀਂ ਕੰਮ ਲੈਂਦੇ? ਸਗੋਂ ਇਹਨਾਂ ਨੇ ਤਾਂ ਗੁਰਮਤ ਦਾ ਮਜ਼ਾਕ ਬਣਾ ਕੇ ਰੱਖਿਆ। ਨਾਲੇ ਤਾਂ ਆਖਣਗੇ ਕਿ ਜਿਹੜਾ ਰੱਬ ਹੈ ਉਹ ਅਸੀਮ ਹੈ, ਉਹ ਕਿਸੇ ਦੀ ਪਕੜ 'ਚ ਨਹੀਂ ਆਉਂਦਾ। ਨਾਲੇ ਆਖੀ ਜਾਣਗੇ ਵੀ ਉਹ ਵਸ 'ਚ ਵੀ ਕਰ ਲਏਗਾ। ਕੈਸੀ ਅਜੀਬ ਖੇਡ ਹੈ। ਬਾਕੀ ਸੁਣਨ ਵਾਲਾ ਖੇੜੇ ਬ੍ਰਹਮ ਗਿਆਨੀ ਹਨ, ਉਹ ਵੀ ਬਸ ਜਕਾਰੇ ਹੀ ਲਾਈ ਜਾਂਦੇ ਆ, ਜਾਂ ਐਵੇਂ ਲੋਕਾਂ ਨਾਲ ਲੜਨ ਲੱਗ ਜਾਂਦੇ ਆ ਕਿ ਸਾਡੇ ਬਾਬੇ ਤਾਂ ਰੱਬ ਹੀ ਹਨ। ਜੇ ਉਹਨਾਂ ਨੂੰ ਪਿੱਛੋਂ ਜੇ ਕੋਈ ਕਹੇ ਵੀ ਤੁਹਾਡੇ ਜੇ ਬਾਬੇ ਰੱਬ ਨੇ ਜਾਂ ਨਿਰੰਕਾਰ ਨੇ ਜਾਂ ਉਹਨਾਂ ਨੇ ਰੱਬ ਬਸ ਕੀਤਾ ਹੋਇਆ ਹੈ, ਫਿਰ ਤੁਸੀਂ ਸਾਡੇ ਨਾਲ ਕਿਉਂ ਝਗੜੇ ਕਰਦੇ ਹੋ? ਤੁਸੀਂ ਤਾਂ ਆਨੰਦ ਲਵੋ।
ਤੁਸੀਂ ਆਪਣੇ ਮਨ 'ਚ ਕਿਉਂ ਈਰਖਾ ਪਾਲੀ ਬੈਠੇ ਹੋ? ਫਿਰ ਉਹ ਚੁੱਪ ਕਰ ਜਾਂਦੇ ਆ। ਸੋ ਸਾਨੂੰ ਤਾਂ ਝੂਠ ਵੀ ਨਹੀਂ ਬੋਲਣਾ ਆਉਂਦਾ, ਵੀ ਝੂਠ ਕਿਵੇਂ ਬੋਲਿਆ ਜਾਂਦਾ। ਨਾਲੇ ਤਾਂ ਉਹਨੂੰ ਨਿਰੰਕਾਰ ਕਹਿ ਦਿੰਦੇ ਆ, ਨਾਲੇ ਉਹ ਵਸ 'ਚ ਵੀ ਹੈ। ਨਿਰਾਕਾਰ ਤਾਂ ਉਹ ਹੁੰਦਾ ਜਿਹਦਾ ਆਕਾਰ ਹੀ ਕੋਈ ਨਹੀਂ। ਫਿਰ ਜਿਹੜੀ ਚੀਜ਼ ਆਕਾਰ ਤੋਂ ਰਹਿਤ ਆ ਉਹਨੂੰ ਕਿਵੇਂ ਕੋਈ ਆਕਾਰ ਵਾਲਾ ਵਸ 'ਚ ਕਰ ਸਕਦਾ? ਸੋ ਸੱਚ ਕਹਿੰਦੇ ਆ ਵੀ ਝੂਠ ਬੋਲਣ ਲਈ ਵੀ ਅਕਲ ਦੀ ਲੋੜ ਆ, ਪਰ ਇਹਨਾਂ ਕੋਲ ਤਾਂ ਹੈ ਹੀ ਨਹੀਂ। ਜਿਹੜੇ ਸ਼ਬਦ ਗੁਰਬਾਣੀ ਵਿੱਚ ਆਉਂਦੇ ਹਨ 3-4, ਜਿਨ੍ਹਾਂ ਦੇ ਇਹਨਾਂ ਨੇ ਅਰਥ ਬਦਲੇ, ਮੈਂ ਉਹਦੇ ਬਾਰੇ ਇੱਕ ਰਿਕਾਰਡਿੰਗ ਵੀ ਕੀਤੀ ਹੋਈ ਆ ਵੱਖਰੀ, ਕਿ ਰੱਬ ਬਸ ਕਿ ਭਗਤ ਬਸ। ਉਸ ਵਿੱਚ ਸਾਰੇ ਸ਼ਬਦਾਂ ਦੀ ਜਾਣਕਾਰੀ ਬੜੀ ਬਰੀਕੀ ਨਾਲ ਮੈਂ ਰਿਕਾਰਡ ਕੀਤੀ ਹੈ। ਜੇ ਕਿਸੇ ਦੀ ਇੱਛਾ ਹੋਈ ਉਹ ਮੈਨੂੰ ਮੈਸੇਜ ਕਰੇ, ਮੈਂ ਉਹਨੂੰ ਵੱਖਰੀ ਉਹ ਰਿਕਾਰਡਿੰਗ ਭੇਜ ਦੂੰਗਾ। ਸੋ ਬਥੇਰੇ ਹਨ ਇੱਥੇ ਆਪੋ ਆਪਣੀ ਮਤ ਦੀਆਂ ਜੁਗਤੀਆਂ ਬਿਆਨ ਕਰਨ ਵਾਲੇ। ਸੋ ਗੁਰਬਾਣੀ ਨੇ ਬਾ ਪਾਤਸ਼ਾਹੀਆਂ ਨੇ ਬਾ ਭਗਤ ਸਾਹਿਬਾਨਾਂ ਨੇ ਉਹ ਸਭ ਰੱਦ ਕੀਤੀਆਂ, ਕਿਸੇ ਨੂੰ ਨਹੀਂ ਮੰਨਿਆ। ਸੋ ਹੇ ਮੇਰੇ ਮਨਾ, ਇਸ ਗੱਲ ਨੂੰ ਬੜੀ ਬਰੀਕੀ ਨਾਲ ਸਮਝਣਾ ਪੈਂਦਾ ਹੈ। ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਅੰਦਰ ਕਿਸੇ ਕੋਲ ਕੋਈ ਐਸੀ ਜੁਗਤੀ ਨਹੀਂ ਹੈ ਕਿ ਉਹ ਸੰਸਾਰ ਨੂੰ ਛੱਡ ਜਾਵੇ। ਸਭ ਤੋਂ ਵੱਡੀ ਜਿਹੜੀ ਜੁਗਤੀ ਹੈ ਉਹ ਹੁਕਮ ਹੈ। ਹੁਕਮ ਤੋਂ ਬਿਨਾਂ ਕੋਈ ਜੁਗਤੀ ਹੈ ਹੀ ਨਹੀਂ। ਬਾਕੀ ਸਾਰੀਆਂ ਜੁਗਤੀਆਂ ਮਾਇਆ 'ਚ ਫਸਾਉਣ ਵਾਲੀਆਂ ਨੇ। ਤੁਸੀਂ ਕੋਈ ਵੀ ਗੁਰਬਾਣੀ ਦਾ ਜਪ ਵੀ ਕਰਦੇ ਹੋ, ਉਹਦੇ ਲਈ ਤੁਹਾਡੀ ਇੱਛਾ ਮਾਇਆ ਦੀ ਹੁੰਦੀ ਹੈ। ਉਹ ਤਾਂ ਫਿਰ ਤੁਹਾਨੂੰ ਫਸਾਉਂਦੀ ਹੈ, ਉਹ ਤੁਹਾਨੂੰ ਨਿਕਲਣੀ ਤਾਂ ਹੈ ਹੀ ਨਹੀਂ ਗੱਲ ਉਹਦੇ 'ਚ। ਤੇ ਜਦ ਕਿ ਗੁਰਬਾਣੀ ਦੇ ਜਿਹੜੇ ਬਚਨ ਨੇ ਉਹ ਤੁਹਾਨੂੰ ਇਸ ਭਵ ਸਾਗਰ 'ਚੋਂ ਬਾਹਰ ਕੱਢਣਾ ਚਾਹੁੰਦੇ ਆ। ਇਸੇ ਕਰਕੇ ਪਾਤਸ਼ਾਹ ਨੇ ਅਗਲੇ ਬਚਨ 'ਚ ਲਿਖਿਆ, ਕਹਿੰਦੇ ਜਿਸ ਹੱਥ ਜੋਰ ਕਰ ਵੇਖੈ ਸੋਏ। ਕਹਿੰਦੇ ਫਿਰ ਜੇ ਤੁਹਾਡੇ ਕੋਲੇ ਜੁਗਤੀਆਂ ਨੇ, ਰੱਬ ਤੁਸੀਂ ਬਸ 'ਚ ਕੀਤਾ ਹੋਇਆ, ਫਿਰ ਕਰਕੇ ਦਿਖਾਓ। ਫਿਰ ਤਾਂ ਰੱਬ ਤੁਹਾਡੇ ਅਧੀਨ ਹੈ, ਤੁਸੀਂ ਵੱਡੇ ਹੋ, ਰੱਬ ਛੋਟਾ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ, ਪਾਤਸ਼ਾਹ ਕਹਿੰਦੇ ਐਲਾਨ ਕਰ ਦਿੱਤਾ ਵੀ ਜਿਸ ਕੋਲ ਕੋਈ ਤਾਕਤ ਹੈ, ਸ਼ਕਤੀ ਹੈ, ਫਿਰ ਉਹ ਵਰਤ ਕੇ ਦੇਖ ਲਵੇ। ਕੋਈ ਰੋਕ ਨਹੀਂ, ਵਰਤ ਸਕਦਾ ਤਾਂ ਵਰਤ ਲਵੇ। ਪਹਿਲਾਂ ਵੀ ਬਥੇਰੇ ਹੋਏ ਨੇ ਸੰਸਾਰੀ ਸ਼ਕਤੀ ਵਾਲੇ, ਸੰਸਾਰ ਨੂੰ ਜਿੱਤਣ ਵਾਲੇ। ਕੀ ਜਿੱਤ ਲਿਆ? ਸਗੋਂ ਕਾਲ ਨੇ ਉਹਨਾਂ ਨੂੰ ਜਿੱਤ ਲਿਆ। ਸੰਸਾਰੀ ਸ਼ਕਤੀ ਨਾਲ ਇਨਸਾਨ ਦੀ ਦੁਰਦਸ਼ਾ ਵੱਧਦੀ ਹੈ, ਕਿਉਂਕਿ ਰਾਜ ਗਰੀਬਾਂ ਕਮਜ਼ੋਰਾਂ ਉੱਪਰ ਹੀ ਹੋਊਗਾ। ਬਥੇਰਿਆਂ ਨੇ ਆਪਣੇ ਬਲ ਜ਼ੋਰ ਨੂੰ ਵਰਤ ਕੇ ਵੇਖਿਆ, ਪ੍ਰਾਪਤੀ ਕੁਝ ਵੀ ਨਹੀਂ ਹੋਈ, ਸਗੋਂ ਨਫ਼ਰਤ ਦੇ ਸ਼ਿਕਾਰ ਹੋਏ। ਹਰਨਾਕਸ਼ ਵਰਗੇ, ਸਿਕੰਦਰ ਵਰਗੇ, ਹਿਟਲਰ ਵਰਗੇ, ਬਾਬਰ ਵਰਗੇ, ਔਰੰਗਜ਼ੇਬ ਵਰਗੇ, ਜਹਾਂਗੀਰ ਵਰਗੇ ਬਥੇਰੇ ਹਨ। ਪਰ ਦੂਜੇ ਪਾਸੇ ਭਗਤ ਸਾਹਿਬਾਨ ਹਨ, ਉਹਨਾਂ ਵੱਲ ਵੇਖ ਲਓ। ਸੋ ਜਿਨ੍ਹਾਂ ਨੇ ਜਿਸ ਹੱਥ ਜੋਰ ਕਰ ਵੇਖੈ ਸੋਏ ਹੁਕਮ ਨੂੰ ਕਿਹਾ ਕਿ ਸਭ ਕੁਝ ਉਸ ਦੇ ਹੁਕਮ ਵਿੱਚ ਹੈ, ਉਸ ਦੇ ਜ਼ੋਰ ਨਾਲ ਹੀ ਹੋਇਆ, ਉਸ ਦੀ ਸੋਏ ਸੋਭਾ ਕਰੋ, ਉਸ ਦੀ ਰਜਾ ਵਿੱਚ ਰਹੋ, ਉਹ ਹਨ ਭਗਤ ਸਾਹਿਬਾਨ। ਉਹਨਾਂ ਨੇ ਸੱਚ ਬਿਆਨ ਕੀਤਾ ਤੇ ਭਗਤ ਸਾਹਿਬ ਨੂੰ ਚੰਗੇ ਲੱਗਦੇ ਹਨ, ਹਰ ਕੋਈ ਪ੍ਰੇਮ ਕਰਦਾ ਹੈ। ਸੋ ਜਿਸ ਹੱਥ ਜੋਰ ਕਰ ਵੇਖੈ ਸੋਏ। ਜਿਸ ਵੇਲੇ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਨਾਂ ਨੇ ਇਹ ਗੱਲਾਂ ਆਖੀਆਂ ਸੀਗੀਆਂ, ਕਿਉਂਕਿ ਹੁਣ ਤਾਂ ਆਪਾਂ ਵਿਚਾਰ ਇੱਥੇ ਬੈਠ ਕੇ ਕਰਦੇ ਹਾਂ, ਪਰ ਪਾਤਸ਼ਾਹੀਆਂ বা ਭਗਤ ਸਾਹਿਬਾਨ ਤਾਂ ਉਹਨਾਂ ਬੰਦਿਆਂ ਦੇ ਸਾਹਮਣੇ ਜਾ ਕੇ ਬਹਿੰਦੇ ਸੀ। ਜਿਹੜੇ ਧਰਮ ਦੇ ਵੱਡੇ ਵੱਡੇ ਆਗੂ ਸੀ, ਉਹਨਾਂ ਦੇ ਸਾਹਮਣੇ ਜਾ ਕੇ ਬੈਠ ਕੇ ਆਖੀਆਂ ਨੇ ਵੀ ਦਿਖਾਓ ਤੁਹਾਡੇ ਕੋਲ ਜੇ ਕੁਛ ਹੈ, ਤੁਹਾਡੇ ਕੋਲ ਕੋਈ ਸ਼ਕਤੀ ਹੈ, ਕੋਈ ਤੁਸੀਂ ਗੈਬੀ ਸ਼ਕਤੀ ਨੂੰ ਕਹਿੰਦੇ ਹੋ ਵਸ ਕੀਤਾ ਹੋਇਆ, ਸਾਡੇ ਤੇ ਕਰਾਓ ਬਾਹਰ ਜਿਹੜਾ ਕਰਾਉਣਾ। ਅਸੀਂ ਵੀ ਤੁਹਾਡੇ ਵਰਗੇ ਇਨਸਾਨ ਹੀ ਹਾਂ, ਤੁਸੀਂ ਵੀ ਹੋ। ਉਹ ਸ਼ਕਤੀ ਨੂੰ ਸਾਡੇ ਤੇ ਵਰਤੋ, ਫਿਰ ਸਾਨੂੰ ਵੀ ਤਾਂ ਪਤਾ ਲੱਗ ਜੂ ਵੀ ਵਾਕਈ ਇਹ ਸ਼ਕਤੀਆਂ ਕੰਮ ਕਰਦੀਆਂ ਨੇ ਕਿ ਨਹੀਂ ਕਰਦੀਆਂ। ਕੀ ਇਹ ਚੀਜ਼ ਕੋਈ ਹੈ ਵੀ ਸ਼ਕਤੀ ਇਸ ਤਰ੍ਹਾਂ ਦੀ? ਫਿਰ ਕਿਸੇ ਨੇ ਕੋਈ ਐਸੀ ਸ਼ਕਤੀ ਨਹੀਂ ਵਰਤੀ। ਬੜੀਆਂ ਕਥਾ ਕਹਾਣੀਆਂ ਜ਼ਰੂਰ ਜੋੜਤੀਆਂ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਸਿੱਧਾਂ ਨੇ ਇਹੋ ਜਿਹੀਆਂ ਸ਼ਕਤੀਆਂ ਦਿਖਾਈਆਂ, ਪਰ ਤੁਸੀਂ ਕਦੇ ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸ਼ਟ ਗੁਰਬਾਣੀ ਪੜ੍ਹ ਕੇ ਦੇਖੋ, ਉੱਥੇ ਕਿਤੇ ਵੀ ਕੋਈ ਜ਼ਿਕਰ ਨਹੀਂ ਆਉਂਦਾ ਵੀ ਉਹਨਾਂ ਨੇ ਕੋਈ ਸ਼ਕਤੀ ਦਿਖਾਈ। ਕਿਉਂਕਿ ਜੇ ਸ਼ਕਤੀ ਹੋਊ ਤਾਂ ਦਿਖਾਈ ਜਾਊਗੀ। ਉੱਥੇ ਤਾਂ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਆ
ਉਹ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਦਿੰਦੇ ਆ। ਤੇ ਜਿਹੜੇ ਸਵਾਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਕੀਤੇ, ਉਹਨਾਂ ਦਾ ਉਹਨਾਂ ਨੂੰ ਜਵਾਬ ਹੀ ਨਹੀਂ ਆਇਆ। ਉੱਥੇ ਦਾ ਵਾਰਤਾਲਾਪ ਹੈ। ਪਰ ਜਦੋਂ ਤੁਸੀਂ ਕਿਸੇ ਗ੍ਰੰਥ ਹੋਰ ਨੂੰ ਪੜ੍ਹੋਗੇ, ਗੁਰਮਤਿ ਤੋਂ ਬਿਨਾਂ ਜਿਹੜਾ ਗ੍ਰੰਥ ਨੇ ਕੋਈ, ਉੱਥੇ ਦੂਜੀਆਂ ਸ਼ਕਤੀਆਂ ਦਿਖਾਈਆਂ ਗਈਆਂ ਨੇ ਕਿ ਜੀ ਸਿੱਧਾ ਨੇ ਐਂ ਕਰਕੇ ਦਿਖਾਇਆ, ਸਿੱਧਾ। ਇਹਦਾ ਮਤਲਬ ਫਿਰ ਉਹ ਸ਼ਕਤੀਆਂ ਨੂੰ ਮੰਨ ਲਿਆ ਵੀ ਉਹ ਹੈਗੀਆਂ। ਗੁਰਬਾਣੀ ਮੰਨਦੀ ਨਹੀਂ, ਉਹ ਚੀਜ਼ ਮਨਾਤੀ। ਜਿਹੜੀ ਗੱਲ ਗੁਰਬਾਣੀ 'ਚ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਖੁਦ ਲਿਖੀ, ਉਹਦੇ ਤੇ ਭਰੋਸਾ ਨਹੀਂ ਕੀਤਾ। ਭਰੋਸਾ ਕੀਤਾ ਕਿਸੇ ਹੋਰ ਗੱਲ ਤੇ, ਜਦ ਕਿ ਭਰੋਸਾ ਕਰਨਾ ਸੀ ਜੋ ਗੱਲ ਗੁਰਬਾਣੀ 'ਚ ਗੁਰ ਨੇ ਲਿਖੀ ਹੈ ਉਹਦੇ ਤੇ। ਹੇ ਮੇਰੇ ਮਨਾ, ਤੂੰ ਇਹ ਗੱਲ ਨੂੰ ਪੱਕੀ ਆਪਣੇ ਦਿਲ 'ਚ ਬੰਨ੍ਹ ਕੇ ਰੱਖੀ ਕਿ ਭਰੋਸਾ ਗੁਰਬਾਣੀ ਤੇ ਕਰਨਾ, ਹੋਰ ਕਿਸੇ ਤੇ ਨਹੀਂ ਕਰਨਾ। ਜੇ ਕਿਸੇ ਕੋਲ ਇਸ ਤਰ੍ਹਾਂ ਦੀ ਸ਼ਕਤੀ ਕੋਈ ਅੱਜ ਵੀ ਹੈ ਤਾਂ ਕਰੇ। ਜੇ ਕਿਸੇ ਕੋਲ ਕੋਈ ਸ਼ਕਤੀ ਹੈ, ਉਹ ਕਿਸੇ ਦੇ ਭਲੇ ਵਾਸਤੇ ਕਰ ਦੇਵੇ। ਕੋਈ ਨਹੀਂ ਕਰਦਾ ਹੈਗਾ। ਇੱਥੋਂ ਗੱਲ ਸਿੱਧ ਹੁੰਦੀ ਹੈ ਵੀ ਕਿਸੇ ਕੋਲ ਐਸੀ ਕੋਈ ਸ਼ਕਤੀ ਹੈ ਹੀ ਨਹੀਂ, ਨਾ ਹੁੰਦੀ ਹੈ। ਇੱਕੋ ਹੀ ਸ਼ਕਤੀ ਹੈ ਹੁਕਮ ਦੀ, ਉਹ ਹੈ ਪਰਮੇਸ਼ਰ। ਪਰਮੇਸ਼ਰ ਆਪਣੇ ਹੁਕਮ ਨਾਲ ਸਾਰਾ ਕੁਝ ਚਲਾ ਰਿਹਾ ਹੈ। ਜੋ ਕੁਝ ਵੀ ਹੈ ਉਹਦੇ ਹੁਕਮ 'ਚ ਹੋ ਰਿਹਾ। ਜਿਸ ਹੱਥ ਜ਼ੋਰ, ਉਹਦੇ ਹੱਥ 'ਚ ਜ਼ੋਰ ਹੈ, ਉਹਦਾ ਆਪਣਾ ਹੁਕਮ ਹੈ। ਘਰ ਵੇਖੈ ਸੋਏ, ਉਹ ਕਰਕੇ ਦੇਖਦਾ। ਤੇ ਜੇ ਕਿਸੇ ਕੋਲ ਕੋਈ ਹੋਰ ਸ਼ਕਤੀ ਹੈਗੀ, ਪਾਤਸ਼ਾਹ ਕਹਿੰਦੇ ਉਹ ਫਿਰ ਉਹ ਕਰਕੇ ਦਿਖਾ ਦੇਵੇ। ਸੋ ਨਾਨਕ ਉੱਤਮ ਨੀਚ ਨਾ ਕੋਈ। ਸੰਸਾਰ ਵਿੱਚ ਕੋਈ ਉੱਤਮ ਨਹੀਂ, ਪਾਤਸ਼ਾਹ ਕਹਿੰਦੇ ਕੋਈ ਨੀਚ ਨਹੀਂ, ਕਿਉਂਕਿ ਦੋਹਾਂ ਕੋਲ ਹੀ ਸਰੀਰ ਹਨ। ਹਾਂ, ਮਾਇਆ ਦੀ ਸ਼ਕਤੀ ਨਾਲ ਕੋਈ ਆਪਣੇ ਆਪ ਨੂੰ ਉੱਤਮ ਬਣਿਆ ਰਹੇ ਤੇ ਸ਼ਕਤੀਹੀਣ ਨੀਚ ਸੰਸਾਰੀ ਸੋਚ ਤਾਂ ਹੈ। ਇਸ ਕਰਕੇ ਭਵਸਾਗਰ 'ਚ ਹੈ, ਚਾਰੇ ਪਾਸੇ ਅੱਗ ਹੀ ਅੱਗ ਹੈ, ਚਿੰਤਾ ਹੀ ਚਿੰਤਾ ਹੈ। ਸੱਚਖੰਡ ਵਿੱਚ ਸਾਰੇ ਉੱਤਮ ਹੀ ਹਨ, ਨੀਚ ਕੋਈ ਨਹੀਂ। ਭਵਸਾਗਰ ਵਿੱਚ ਸਾਰੇ ਨੀਚ ਹੀ ਨੀਚ ਹਨ। ਇਸ ਭਵਸਾਗਰ ਦੇ ਅੰਦਰ ਜਿੰਨੀ ਵੀ ਜੀਵ ਨੇ, ਇਹਨਾਂ ਨੂੰ ਆਪਣੇ ਆਪ ਨੂੰ ਨੀਚ ਮੰਨਣਾ ਹੀ ਪੈਂਦਾ ਹੈ, ਕਿਉਂਕਿ ਹੁਕਮ 'ਚ ਨਹੀਂ ਚੱਲਦੇ। ਜਿਹੜਾ ਹੁਕਮ 'ਚ ਚੱਲਦਾ ਉਹ ਨੀਚ ਨਹੀਂ ਹੁੰਦਾ। ਇਸੇ ਗੱਲ ਕਰਕੇ ਆਖਿਆ ਨਾਨਕ ਉੱਤਮ ਨੀਚ ਨਾ ਕੋਈ। ਨਾਨਕ ਜੀ ਕਹਿੰਦੇ ਸੱਚਖੰਡ ਦੀ ਦ੍ਰਿਸ਼ਟੀ ਤੋਂ ਕੋਈ ਉੱਤਮ ਨਹੀਂ, ਕੋਈ ਨੀਚ ਨਹੀਂ। ਹੁਕਮ ਦੀ ਦ੍ਰਿਸ਼ਟੀ ਤੋਂ ਉੱਚਾ ਨੀਵਾਂ ਕੋਈ ਨਹੀਂ ਹੈ। ਹੁਕਮ ਵਰਤਦਾ ਹੈ, ਪਰ ਜਿਹੜਾ ਹੁਕਮ ਨਾਲ ਜੁੜ ਜਾਂਦਾ ਹੈ ਉਹ ਆਪਣੇ ਆਪ ਹੀ ਉੱਤਮ ਹੋ ਜਾਂਦਾ, ਕਿਉਂਕਿ ਭਵਸਾਗਰ ਤੋਂ ਪਰੇ ਚਲਾ ਜਾਂਦਾ। ਜਿਹੜਾ ਹੁਕਮ ਤੋਂ ਟੁੱਟ ਜਾਂਦਾ ਉਹ ਆਪਣੇ ਆਪ ਨੀਚ ਹੋ ਜਾਂਦਾ। ਪਰ ਹੁਕਮ ਉੱਤਮ ਨੀਚ ਨਹੀਂ ਮੰਨਦਾ। ਹੁਕਮ ਉਸੇ ਰਸ ਵਰਤਦਾ ਹੈ। ਜਿਸ ਨੂੰ ਧੁਰ ਕੀ ਬਾਣੀ ਸੁਣ ਗਈ ਉਹ ਉੱਤਮ ਹੈ, ਵਾਹ ਵੀ ਉੱਤਮ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਜੇ ਮਿਲਿਆ ਹੋਇਆ ਤਾਂ ਸਤਿਯੁਗ ਹੈ। ਉਹੀ ਸੁਖ ਸਾਗਰ ਦਾ ਵਾਸੀ ਹੈ। ਜਿਵੇਂ ਕਿਸ਼ਤੀ 'ਚ ਸਵਾਰ ਪਾਣੀ 'ਚ ਡੁੱਬਿਆ ਨਹੀਂ ਹੁੰਦਾ, ਕਿਸ਼ਤੀ ਵਿੱਚ ਬੈਠਾ ਹੁੰਦਾ, ਪਰ ਕਿਸ਼ਤੀ ਜੁੜੀ ਤਾਂ ਪਾਣੀ ਨਾਲ ਹੀ ਹੁੰਦੀ ਹੈ। ਪਰ ਪਾਣੀ ਨਾਲ ਜਿਹੜਾ ਕਿਸ਼ਤੀ ਚਲਾਉਣ ਵਾਲਾ ਜਾਂ ਕਿਸ਼ਤੀ 'ਚ ਬੈਠਾ, ਉਹ ਪਾਣੀ ਨਾਲ ਨਹੀਂ ਜੁੜਦਾ, ਉਹ ਕਿਸ਼ਤੀ ਨਾਲ ਜੁੜਿਆ। ਸੋ ਇਸੇ ਤਰ੍ਹਾਂ ਹੀ ਉਹ ਹੁੰਦਾ ਜਿਸ ਨੂੰ ਧੁਰ ਕੀ ਬਾਣੀ ਸੁਣਦੀ ਹੈ। ਉਹ ਸੰਸਾਰ ਰੂਪੀ ਪਾਣੀ ਨਾਲ ਜੁੜਿਆ ਨਹੀਂ ਹੁੰਦਾ। ਮਾਇਆ ਨਾਲ ਟੱਚ ਜ਼ਰੂਰ ਹੁੰਦੀ ਹੈ ਉਹਦੀ ਸਰੀਰ, ਪਰ ਜੁੜਦਾ ਨਹੀਂ। ਆਪ ਚੇਤਨ ਸਰੂਪ ਸ਼ੁੱਧ ਮਾਇਆ ਤੋਂ ਪਰੇ ਹੁੰਦਾ ਹੈ। ਉਸ ਦੇ ਪਰਥਾਏ ਗੁਰਬਾਣੀ 'ਚ ਬੇਅੰਤ ਬਚਨ ਨੇ। ਜਿਵੇਂ ਪਾਤਸ਼ਾਹ ਕਹਿੰਦੇ ਜੱਗ ਮੈਂ ਉੱਤਮ ਕਾਢੀ, ਉਹ ਉੱਤਮ ਹੁੰਦਾ ਜੱਗ 'ਚ। ਬਿਰਲੇ ਕਈ ਕੇ ਬਿਰਲੇ ਹੁੰਦੇ ਆ, ਪਰ ਉਹ ਨੀਚ ਉਹ ਹਨ ਜਿਨ੍ਹਾਂ ਨੇ ਹੁਕਮ ਨੂੰ ਵਿਸਾਰਿਆ ਵਾ ਨਾਮ ਵਿਸਾਰਿਆ ਹੋਇਆ। ਨਾਨਕ ਨਾਵੈ ਵਾਜ ਸਨਾਤ, ਸਨਾਤ ਕਹਿੰਦੇ ਨੀਚ ਨੂੰ ਸਣਿਆ ਹੋਇਆ। ਹੇ ਮੇਰੇ ਮਨਾ, ਹੁਣ ਤੂੰ ਆਪਣੇ ਅੰਦਰ ਭਾਈ ਝਾਤੀ ਮਾਰ। ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਸੋ ਇਸ ਤਰ੍ਹਾਂ, ਉਸ ਤਰ੍ਹਾਂ ਕੋਈ ਉੱਤਮ ਨੀਚ ਨਹੀਂ ਹੈ। ਸਭ ਇੱਕ ਹੀ ਸਮਾਨ ਹਨ। ਜਾਤੀ ਦੇ ਆਧਾਰ ਤੇ ਊਚ ਨੀਚ ਮੰਨਣਾ ਨਹੀਂ ਚਾਹੀਦਾ, ਨਾ ਗੁਰਬਾਣੀ ਮੰਨਦੀ ਹੈ। ਜਿਹੜੇ ਮੰਨਦੇ ਹਨ ਉਹ ਫਿਰ ਜਿੱਥੇ ਜਾਤੀ ਹੁੰਦੀ ਹੈ ਉੱਥੇ ਹੀ ਰਹਿੰਦੇ। ਸੋ ਪਾਤਸ਼ਾਹ ਕਹਿੰਦੇ ਨਾਨਕ ਉੱਤਮ ਨੀਚ ਨਾ ਕੋਈ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਾਡੀ ਦ੍ਰਿਸ਼ਟੀ ਤੋਂ ਜਿਹੜਾ ਉੱਤਮ ਹੈ ਜਾਂ ਕੋਈ ਨੀਚ ਹੈ, ਸਰੀਰ ਕਰਕੇ ਨਹੀਂ ਅਸੀਂ ਕਿਸੇ ਨੂੰ ਮੰਨਦੇ। ਕਿਉਂਕਿ ਉਸ ਵੇਲੇ ਜਿਹੜੇ ਸੰਸਾਰੀ ਧਾਰਮਿਕ ਲੋਕ ਸੀ, ਜੋ ਬ੍ਰਾਹਮਣ ਸੀ ਜਾਂ ਪੰਡਤ ਸੀ,
ਕਾਜੀ ਮੁੱਲਾ ਸਨ, ਉਹ ਆਪਣੇ ਆਪ ਨੂੰ ਉੱਤਮ ਸ਼੍ਰੇਣੀ 'ਚ ਗਿਣਦੇ ਸੀ, ਬਾਕੀਆਂ ਨੂੰ ਨੀਚ ਸ਼੍ਰੇਣੀਆਂ 'ਚ ਗਿਣਦੇ ਸੀ। ਪਾਤਸ਼ਾਹ ਕਹਿੰਦੇ ਤੁਸੀਂ ਕਿਹੜੇ ਆਧਾਰ ਤੋਂ ਉੱਤਮ ਹੋ? ਉਹ ਕਹਿੰਦੀ ਸਾਡੇ ਕੋਲ ਗਿਆਨ ਜ਼ਿਆਦਾ ਹੈ। ਪਾਤਸ਼ਾਹ ਕਹਿੰਦੇ ਵੀ ਸਰੀਰ ਤਾਂ ਤੁਹਾਡਾ ਉਹਨਾਂ ਵਰਗਾ ਹੀ ਹੈ, ਜੇ ਤੁਹਾਡੇ ਕੋਲ ਗਿਆਨ ਕਰਕੇ ਤੁਸੀਂ ਉੱਤਮ ਹੋ ਤਾਂ ਫਿਰ ਗਿਆਨ ਤਾਂ ਕੋਈ ਵੀ ਲੈ ਸਕਦਾ ਹੈ, ਫਿਰ ਤੁਸੀਂ ਉਹਨੂੰ ਉੱਤਮ ਨਹੀਂ ਮੰਨੋਗੇ। ਜਦੋਂ ਉਹਨੇ ਉਹੀ ਗਿਆਨ ਤੁਹਾਡੇ ਕੋਲ ਆ, ਉਹੀ ਗਿਆਨ ਉਹਨੇ ਲੈ ਲਿਆ, ਫਿਰ ਤੁਸੀਂ ਨਫ਼ਰਤ ਨਾ ਪੈਦਾ ਕਰੋ। ਪਾਤਸ਼ਾਹ ਕਹਿੰਦੇ ਤੁਸੀਂ ਗੱਲ ਇਹ ਆਖੋ ਵੀ ਸਾਰੇ ਹੀ ਆਪਾਂ ਉੱਤਮ ਬਣੀਏ, ਆਪਾਂ ਸਾਰੇ ਹੀ ਨੀਚ ਆ, ਆਪਾਂ ਹੁਕਮ 'ਚ ਚੱਲੀਏ, ਉਹਦੀ ਰਜਾ ਵਿੱਚ ਰਹੀਏ, ਉਹਦੇ ਸੁਗਿਆਨ ਨੂੰ ਪ੍ਰਾਪਤ ਕਰੀਏ, ਕਿਉਂ ਨਾ ਸਾਰੇ ਸ੍ਰੇਸ਼ਟ ਬਣ ਕੇ ਉੱਤਮ ਬਣ ਕੇ ਆਪਣੇ ਘਰ ਨੂੰ ਜਾਈਏ। ਕਿਹੋ ਜਿਹਾ ਸੰਸਾਰ ਹੋਊਗਾ ਕਿ ਜਦੋਂ ਸਾਰੇ ਹੀ ਸੱਚ ਤੇ ਖੜ ਜਾਣ। ਪਰ ਪਾਤਸ਼ਾਹ ਕਹਿੰਦੇ ਖੜਨਾ ਬਹੁਤ ਔਖਾ ਹੈ, ਕਿਉਂਕਿ ਜਿਹੜਾ ਸੱਚ ਦੀ ਅਸਵਾਰੀ ਕਰਨੀ ਹੈ ਉਹ ਵੀ ਬਹੁਤ ਹੌਸਲੇ ਵਾਲਾ ਕਰ ਸਕਦਾ। ਜਿਹਦਾ ਹੌਸਲਾ ਸੱਚ ਵਰਗਾ ਹੀ ਹੋਵੇ ਉਹੀ ਸੱਚ ਦੀ ਅਸਵਾਰੀ ਕਰ ਸਕਦਾ। ਨਹੀਂ ਤਾਂ ਕਹਿਣ ਨੂੰ ਤਾਂ ਹਰੇਕ ਹੀ ਕਹਿੰਦਾ ਵੀ ਮੈਂ ਵੀ ਸੱਚ ਤੇ ਖੜਾ, ਅਸੀਂ ਤਾਂ ਸੰਸਾਰੀ ਸੱਚ ਤੇ ਨਹੀਂ ਖੜ ਸਕਦੇ, ਨਿਰਾਕਾਰੀ ਸੱਚ ਤੇ ਤਾਂ ਖੜਨਾ ਬਹੁਤ ਔਖਾ ਹੈ। ਨਿਰਾਕਾਰੀ ਸੱਚ ਤੇ ਉਹ ਖੜ ਸਕਦਾ ਜਿਹੜਾ ਸਾਰੇ ਸੰਸਾਰ ਨੂੰ ਝੂਠਾ ਕਹੇ, ਇਦੋਂ ਥੱਲੇ ਨਹੀਂ ਖੜ ਸਕਦਾ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕਹਿ ਦੇਵੇ, ਉਹ ਸਮਝ ਲਓ ਵੀ ਸੱਚ ਤੇ ਹੈ, ਬਾਕੀ ਸਭ ਥੱਲੇ ਨੇ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।